ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 929 ਅੰਗ 'ਤੇ ਦੱਖਣੀ ਓਂਕਾਰ ਬਾਣੀ ਆਰੰਭ ਹੋ ਰਹੀ ਹੈ। ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਚਰਨ ਪਾਏ ਹਨ। ਬਾਬੇ ਤਾਰੇ ਚਾਰ ਚੱਕ, 9 ਖੰਡ ਪਿਰਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਗੁਰੂ ਬਾਬਾ ਜੀ ਨੇ ਸਾਰੇ ਹਿੰਦੁਸਤਾਨ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਚਰਨ ਪਾਏ ਹਨ। ਇਸ ਤਰ੍ਹਾਂ ਗੁਰੂ ਜੀ ਚਰਨ ਪਾਉਂਦੇ ਹੋਏ ਜੋ ਦੱਖਣ ਭਾਰਤ ਦੇ ਵਿੱਚ ਇੰਦੌਰ ਸ਼ਹਿਰ ਤੋਂ ਉਜੈਨ ਤੋਂ ਲਗਭਗ 70-80 ਕਿਲੋਮੀਟਰ ਦੂਰ ਓਂਕਾਰੇਸ਼ਵਰ ਤੀਰਥ ਹੈ। ਸਾਧ ਸੰਗਤ ਜੀ, ਨਰਮਦਾ ਨਦੀ ਦੇ ਕਿਨਾਰੇ 'ਤੇ ਓਂਕਾਰੇਸ਼ਵਰ ਹੈ। ਹਿੰਦੁਸਤਾਨ ਵਿੱਚ 12 ਜੋਤੀਲਿੰਗ ਭਗਵਾਨ ਸ਼ਿਵ ਜੀ ਮਹਾਰਾਜ ਦੇ ਹਨ। ਜੋਤੀਲਿੰਗ ਉਹਨੂੰ ਕਹਿੰਦੇ ਆ ਜਿਹੜਾ ਧਰਤੀ 'ਚੋਂ ਆਪੇ ਹੀ ਪ੍ਰਗਟ ਹੋਇਆ ਹੋਵੇ, ਸਥਾਪਿਤ ਨਾ ਕੀਤਾ ਹੋਵੇ, ਆਪਣੇ ਆਪ ਜੋ ਪ੍ਰਗਟ ਹੋਇਆ ਉਹਨੂੰ ਜੋਤੀਲਿੰਗ ਕਹਿੰਦੇ ਹਨ। 12 ਜੋਤੀਲਿੰਗ ਜੋ ਮਹਾਨ ਪੀਠ ਹਨ, ਉਹਨਾਂ ਵਿੱਚੋਂ ਓਂਕਾਰੇਸ਼ਵਰ ਤੀਰਥ ਵੀ ਹੈ। ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਓਂਕਾਰੇਸ਼ਵਰ ਤੀਰਥ ਦੇ ਕਿਨਾਰੇ 'ਤੇ ਪਾਂਡਿਆਂ ਨੂੰ ਉਪਦੇਸ਼ ਦਿੱਤਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਜੋ ਪੰਡਤਾਂ ਨੇ ਅੱਖਰਾਂ ਬਾਰੇ ਪੁੱਛਿਆ, ਗੁਰੂ ਜੀ ਨੇ ਅੱਖਰਾਂ ਦਾ ਗਿਆਨ ਦਿੱਤਾ। ਸਾਰੇ ਅੱਖਰ ਜਿਹੜੇ ਗੁਰਮੁਖੀ ਲਿਪੀ ਦੇ ਹਨ ਅਥਵਾ ਭਾਰਤੀ ਬੋਲੀਆਂ ਦੇ ਹਨ, ਸੰਸਕ੍ਰਿਤ ਭਾਸ਼ਾ ਦੇ ਹਨ। ਜਿਵੇਂ 52 ਅੱਖਰੀ ਦੇ ਵਿੱਚ ਅੱਖਰਾਂ ਦਾ ਮਹਾਰਾਜ ਜੀ ਨੇ ਕਰਮ ਰੱਖਿਆ ਹੈ, ਦੱਖਣੀ ਓਂਕਾਰ ਬਾਣੀ ਦੇ ਵਿੱਚ ਵੀ ਓਂਕਾਰ ਦੀ ਮਹਿਮਾ ਦੱਸੀ ਹੈ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ। ਮਹਾਰਾਜ ਕਹਿੰਦੇ ਓਂਕਾਰ ਹੀ ਸਾਰਿਆਂ ਦਾ ਮੂਲ ਕਾਰਨ ਹੈ। ਜਿਵੇਂ ਸਾਧ ਸੰਗਤ ਜੀ, ਬੀਜ ਛੋਟਾ ਜਿਹਾ ਹੁੰਦਾ ਹੈ ਪਰ ਉਹਦਾ ਵਿਸਥਾਰ ਬਹੁਤ ਵੱਡਾ ਹੋ ਜਾਂਦਾ ਹੈ। ਓਂਕਾਰ ਇਸ ਸਾਰੀ ਸ੍ਰਿਸ਼ਟੀ ਦਾ, ਇਸ ਬ੍ਰਹਮੰਡ ਦਾ, ਇਸ ਪੂਰੀ ਕਾਇਨਾਤ ਦਾ ਬੀਜ ਹੈ। ਬੀਜ ਰੂਪ ਓਂਕਾਰ ਤੋਂ ਸਮਸਤ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਸਾਰੇ ਜੀਵ ਜੰਤੂ, ਪਸ਼ੂ ਪੰਛੀ, ਧਰਤੀ, ਆਕਾਸ਼, ਚੰਦ, ਸੂਰਜ, ਗ੍ਰਹਿ, ਤਾਰੇ, ਨਛੱਤਰ, ਦੇਵੀ ਦੇਵਤੇ, ਸਾਰੀ ਸ੍ਰਿਸ਼ਟੀ ਓਂਕਾਰ ਬੀਜ ਰੂਪ ਤੋਂ ਪੈਦਾ ਹੋਈ ਹੈ। ਓਂਕਾਰ ਸਾਰਿਆਂ ਦਾ ਮੂਲ ਹੈ। ਇਸ ਕਰਕੇ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਵੀ ਓਂਕਾਰ ਰੱਖਿਆ ਹੈ। ਦੱਖਣ ਦੇਸ਼ ਦੇ ਵਿੱਚ ਹੈ, ਇਸ ਕਰਕੇ ਦੱਖਣੀ ਓਂਕਾਰ ਕਹਿੰਦੇ ਹਨ। ਸਾਧ ਸੰਗਤ ਜੀ, ਇੰਦੌਰ ਤੋਂ ਲਗਭਗ 70-80 ਕਿਲੋਮੀਟਰ ਦਾਸ ਨੇ ਵੀ ਦਰਸ਼ਨ ਜਾ ਕੇ ਕੀਤੇ ਹਨ। ਅੱਜ ਤੋਂ 40-50 ਸਾਲ ਪਹਿਲੇ ਉੱਥੇ ਗੁਰਦੁਆਰਾ ਨਹੀਂ ਸੀ। ਪਰਮ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸ਼ਕੀਨ, ਜਿਨ੍ਹਾਂ ਨੇ ਉੱਥੇ ਜਾ ਕੇ ਗੁਰੂ ਘਰ ਬਣਵਾਇਆ ਹੈ, ਸੇਵਾ ਕਰਾਈ ਹੈ, ਗੁਰਦੁਆਰਾ ਬਣ ਚੁੱਕਾ ਹੈ। ਔਰ ਲਾਗੇ ਉੱਥੇ 2-4 ਕਮਰੇ ਵੀ ਬਣਾਏ ਨੇ ਰਹਿਣ ਵਾਸਤੇ ਯਾਤਰੂਆਂ ਦੇ। ਸੰਗਤ ਬਹੁਤ ਘੱਟ ਜਾਂਦੀ ਹੈ। ਇੰਦੌਰ ਦੇ ਸਿੱਖ ਹੀ ਬੰਦੋਬਸਤ ਕਰਦੇ ਹਨ। ਆਲੇ ਦੁਆਲੇ ਸਨਾਤਨ ਧਰਮ ਦੇ ਮੰਦਰ ਹਨ ਅਤੇ ਓਂਕਾਰੇਸ਼ਵਰ ਮੰਦਰ ਜੋ ਹੈ ਸ਼ਿਵ ਜੀ ਭਗਵਾਨ ਦਾ, ਉਹ ਵੱਡਾ ਹੈ। ਉਹਦੇ ਲਾਗੇ ਗੁਰੂ ਜੀ ਬੈਠ ਕਰਕੇ ਪਾਂਡਿਆਂ ਨੂੰ ਉਪਦੇਸ਼ ਦਿੱਤਾ ਸੀ। ਇਹ ਬਾਣੀ ਉੱਥੇ ਉਚਾਰਨ ਕੀਤੀ ਹੈ। ਸੋ ਸਾਧ ਸੰਗਤ ਜੀ, ਇਸ ਬਾਣੀ ਦਾ ਪੁਰਾਤਨ ਸਿੱਖ ਨਿਤਨੇਮ ਕਰਿਆ ਕਰਦੇ ਸਨ। 10ਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਜਿਹੜੀਆਂ 5 ਬਾਣੀਆਂ ਪੜ੍ਹੀਆਂ ਜਾਂਦੀਆਂ ਸਨ, ਕਿਉਂਕਿ ਸਿੱਖਾਂ ਦਾ ਸਾਰਾ ਜੀਵਨ ਹੀ ਬਾਣੀ ਪੜ੍ਹਨ ਵਾਸਤੇ, ਉਹਦੇ ਵਿੱਚ ਦੱਖਣੀ ਓਂਕਾਰ ਵੀ ਪੜ੍ਹਿਆ ਜਾਂਦਾ ਸੀਗਾ। ਅਜੇ ਵੀ ਜਿਹੜੇ ਪੁਰਾਤਨ ਗੁਰਸਿੱਖ ਹਨ, ਮਹਾਂਪੁਰਸ਼, ਆਮ ਅਭਿਆਸੀ, ਬਾਣੀ ਦੇ ਅਭਿਆਸੀ, ਉਹ ਦੱਖਣੀ ਓਂਕਾਰ ਬਾਣੀ ਦਾ ਨਿਤਨੇਮ ਵੀ ਕਰਦੇ ਹਨ। 5 ਗ੍ਰੰਥੀ ਬਾਣੀ ਜੋ ਪੋਥੀ ਹੈ, ਉਹਦੇ ਵਿੱਚ ਵਿਸ਼ੇਸ਼ ਕਰਕੇ ਇਹ ਬਾਣੀ ਦੱਖਣੀ ਓਂਕਾਰ ਹੈ। ਸੋ ਸਾਧ ਸੰਗਤ ਜੀ, ਸ੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਦੇ ਦਰਸ਼ਨ ਦਾਸ ਨੇ ਕੀਤੇ। ਲਗਭਗ ਪੂਰੀ 5 ਗ੍ਰੰਥੀ ਤਾਂ ਰੋਜ਼ ਸੁਣਦੇ ਹੀ ਸੁਣਦੇ ਸਨ। ਵੱਧ ਤੋਂ ਵੱਧ ਬਾਣੀ ਸੁਣਨੀ ਮਹਾਂਪੁਰਸ਼ਾਂ ਨੇ। ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, ਸ੍ਰੀ ਸੁਖਮਨੀ ਸਾਹਿਬ ਜੀ, ਆਸਾ ਜੀ ਦੀ ਵਾਰ, ਇਹ ਵੱਡੀਆਂ ਬਾਣੀਆਂ ਮੰਨੀਆਂ ਜਾਂਦੀਆਂ 5 ਗ੍ਰੰਥੀ ਦੀਆਂ, ਅਤੇ ਗੁਰਸਿੱਖਾਂ ਨੂੰ ਨਿਤਨੇਮ ਵਿੱਚ ਵੀ ਦ੍ਰਿੜ ਕਰਾਈਆਂ ਜਾਂਦੀਆਂ। ਇੱਕ ਹੋਰ ਵੀ ਖਿਆਲ ਰੱਖਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਇਹ ਬਾਣੀਆਂ ਉਸ ਰੱਖੀਆਂ ਨੇ ਜਿੱਥੇ ਇਹਨਾਂ ਦਾ ਸਥਾਨ ਹੈ।
ਜਿਵੇਂ ਗੌੜੀ ਰਾਗ ਦੇ ਵਿੱਚ ਛੰਤਾਂ ਦੀ ਸਮਾਪਤੀ ਤੋਂ ਬਾਅਦ 52 ਅੱਖਰੀ ਸੁਖਮਨੀ ਸਾਹਿਬ ਅਤੇ ਥਿੱਤੀ ਗੌੜੀ, ਇਹ ਤਿੰਨ ਬਾਣੀਆਂ ਇਕੱਠੀਆਂ ਉੱਥੇ ਸਥਾਨ ਦਿੱਤਾ ਹੈ ਵਾਰਾਂ ਤੋਂ ਪਹਿਲੇ। ਇਸੇ ਤਰ੍ਹਾਂ ਰਾਮਕਲੀ ਰਾਗ ਦੇ ਵਿੱਚ ਇਹ ਜੋ ਬਾਣੀਆਂ ਆਈਆਂ ਨੇ, ਸ੍ਰੀ ਆਨੰਦ ਸਾਹਿਬ ਜੀ ਆਇਆ ਹੈ, ਉਸ ਤੋਂ ਬਾਅਦ ਰੁੱਤੀ ਬਾਣੀ ਆਈ ਹੈ, ਅਤੇ ਸਾਧ ਸੰਗਤ ਜੀ ਸਦ ਬਾਣੀ ਆਈ ਹੈ, ਹੁਣ ਦੱਖਣੀ ਓਂਕਾਰ ਆ ਰਿਹਾ ਹੈ, ਉਸ ਤੋਂ ਬਾਅਦ ਸਿੱਧ ਗੋਸ਼ਟ, ਫਿਰ ਵਾਰਾਂ ਆਉਣਗੀਆਂ। ਗੁਰੂ ਗ੍ਰੰਥ ਸਾਹਿਬ ਦੀ ਇੱਕ ਤਰਤੀਬ ਹੈ, ਇੱਕ ਤਰੀਕਾ ਹੈ, ਜੋ ਦੁਨੀਆ ਦੇ ਵਿੱਚ ਜਿੰਨੇ ਵੀ ਗ੍ਰੰਥ ਲਿਖੇ ਗਏ ਹਨ, ਸਭ ਤੋਂ ਵੱਧ ਕੇ ਸੰਪਾਦਨ ਪੱਖ ਤੋਂ ਜੇ ਕੋਈ ਗ੍ਰੰਥ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬਾਕੀ ਤਾਂ ਸਾਰੀਆਂ ਵਿਸ਼ੇਸ਼ਤਾਈਆਂ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਸੰਪਾਦਨ ਪੱਖ ਤੋਂ ਵੀ ਸਭ ਤੋਂ ਪਹਿਲਾ ਨੰਬਰ ਹੈ। ਔਰ ਦੂਸਰੇ ਧਰਮ ਗ੍ਰੰਥਾਂ ਦਾ ਇੰਨਾ ਵਧੀਆ ਤਰੀਕਾ ਢੰਗ ਨਾਲ ਨਹੀਂ ਲਿਖੇ ਗਏ ਜਿੰਨੇ ਢੰਗ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ। ਸੋ ਆਓ ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਹ ਬਾਣੀ ਆਰੰਭ ਹੋ ਰਹੀ ਹੈ, ਸਰਵਣ ਕਰੀਏ, ਗੁਰੂ ਚਰਨਾਂ ਨਾਲ ਸੁਰਤੀ ਜੋੜੀਏ ਜੀ। ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਬ੍ਰਹਮਾ ਉਤਪਤ। ਓੰਕਾਰ ਕੀਆ ਜਿਨ ਚਿਤ। ਓੰਕਾਰ ਸੈਲ ਜੁਗ ਭਏ। ਓੰਕਾਰ ਵੇਦ ਨਿਰਮਏ। ਓੰਕਾਰ ਸ਼ਬਦ ਉਦਰੇ। ਓੰਕਾਰ ਗੁਰਮੁਖ ਤਰੇ। ਓ ਨਮ ਅਖਰ ਸੁਣਹੁ ਵਿਚਾਰ। ਓ ਨਮ ਅਖਰ ਤ੍ਰਿਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ। ਸਸੈ ਸਭ ਜਗ ਸਹਿਜ ਉਪਾਇਆ। ਤੀਨ ਭਵਨ ਇਕ ਜੋਤੀ। ਗੁਰਮੁਖ ਵਸਤ ਪ੍ਰਾਪਤ ਹੋਵੈ। ਚੁਣ ਲੈ ਮਾਨਕ ਮੋਤੀ। ਸਮਝੈ ਸੂਝੈ ਪੜ੍ਹ ਪੜ੍ਹ ਬੂਝੈ। ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਚ ਸਮਾਲੇ। ਬਿਨ ਸਾਚੇ ਜਗ ਕਾਚਾ।